किसान एकता जिंदाबाद, नरेंद्र मोदी जिंदाबाद, एकता जिंदाबाद, किसान एकता जिंदाबाद, किसान एकता जिंदाबाद, नरेंद्र मोदी नरेंद्र मोदी ਤੁਸੀਂ ਦੇਖ ਰਹੇ ਹੋ NNN ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਦਿਲ ਸਿੰਘ। ਅੱਜ ਦੇਸ਼ ਭਗਤੀ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਕਿਸਾਨ ਯੂਨੀਅਨ ਸਾਡੇ ਨਾਲ ਮੌਜੂਦ ਆ। ਇੱਥੇ ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। इसका आर्डीनेंस केंद्र सरकार ਸਾਡੇ ਤੋਂ ਚੋਣ ਰਹੀ ਆ। ਜਿਹੜਾ ਇਹ ਆਰਡੀਨੈਂਸ ਪਾਰਲੀਮੈਂਟ 'ਚ ਪੇਸ਼ ਹੋਣਾ ਬਿੱਲ ਜਿਹੜਾ ਉਹਦੇ ਲਈ ਅੱਜ ਫੈਸਲਾ ਕੀਤਾ ਗਿਆ ਸਾਰੀਆਂ ਜਥੇਬੰਦੀਆਂ ਦੇ ਸਰਬਸੰਮਤੀ ਦੇ ਨਾਲ। ਜਿਸ ਦਿਨ ਇਹ ਆਰਡੀਨੈਂਸ ਬਿੱਲ ਪੇਸ਼ ਕਰਨਗੇ ਉਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀਆਂ ਸਾਰੀਆਂ ਹੀ ਸੜਕਾਂ ਮੁੱਖ ਸੜਕਾਂ ਨੂੰ ਅਸੀਂ ਜਾਮ ਕਰ ਦੇਵਾਂਗੇ ਤੇ ਸਾਰੇ ਕਿਸਾਨ ਸੜਕਾਂ ਤੇ ਆ ਜਾਣਗੇ। ਪੰਜਾਬ 'ਚ ਉਥਲ-ਪੁਥਲ ਮਚਾ ਦੇਵਾਂਗੇ। ਕਿਸਾਨਾਂ ਦੇ ਨਾਲ ਅਸੀਂ ਆਮ ਵਰਗ ਨੂੰ ਵੀ ਬੇਨਤੀ ਕਰਦੇ ਹਾਂ, ਇਕੱਲਾ ਕਿਸਾਨ ਨਹੀਂ ਮਰਨਾ ਇਹ ਆਰਡੀਨੈਂਸਾਂ ਦੇ ਨਾਲ। ਇਹਦੇ ਨਾਲ ਆਮ ਜਨਤਾ, ਆਮ ਵਪਾਰੀ, ਕਿਉਂਕਿ ਦੁਕਾਨਾਂ ਬੰਦ ਹੋ ਜਾਣਗੀਆਂ, ਛੋਟੀ ਦੁਕਾਨ ਤੋਂ ਲੈ ਕੇ ਵੱਡੇ ਮਾਲ ਤੱਕ ਤੇ ਅਸਰ ਹੋਣਾ। ਜੇ ਸਾਡੇ ਜੇਬ 'ਚ ਪੈਸੇ ਨਾ ਹੋਏ ਤਾਂ ਅਸੀਂ ਸਮਾਨ ਨਹੀਂ ਖਰੀਦ ਸਕਦੇ। ਸਾਰਿਆਂ ਨੂੰ ਬੇਨਤੀ ਆ ਵੀ ਵੱਖੋ ਵੱਖਰੇ ਤੌਰ ਤੇ ਆਓ, ਸਾਡੇ ਨਾਲ ਸੜਕਾਂ ਤੇ ਬੈਠੋ, ਕਿਉਂਕਿ ਪੰਜਾਬ ਨੂੰ ਬਚਾਇਆ ਜਾ ਸਕੇ। ਪੰਜਾਬ ਤੇ ਹਰਿਆਣੇ ਦਾ ਇਹਦੇ ਨਾਲ ਇੱਕ ਵੱਡਾ ਨੁਕਸਾਨ ਜਿਹੜੀ ਇਹ ਕੇਂਦਰ ਸਰਕਾਰ ਕਰਨ ਜਾ ਰਹੀ ਆ, ਅਸੀਂ ਉਸ ਦਿਨ ਜਾਮ ਕਰਾਂਗੇ। ਜਿਸ ਦਿਨ ਪੇਸ਼ ਹੋਊ ਉਸ ਦਿਨ ਅਸੀਂ ਸਾਰੀਆਂ ਜਥੇਬੰਦੀਆਂ ਉੱਥੇ ਅਸੀਂ ਪਾਰਲੀਮੈਂਟ ਦੇ ਮੂਹਰੇ ਜਾਵਾਂਗੇ, ਉੱਥੇ ਅਸੀਂ ਵਿਰੋਧ ਕਰਾਂਗੇ, ਡਟ ਕੇ ਇਹਦਾ ਵਿਰੋਧ ਕੀਤਾ ਜਾਵੇਗਾ। ਲੋਕ ਲਹਿਰ ਅਸੀਂ ਬਣਾ ਲਵਾਂਗੇ। ਲੋਕਾਂ ਸਾਡੇ ਨਾਲ ਆ ਗਏ ਨੇ, ਲੋਕ ਜੁੜ ਗਏ ਨੇ, ਜਥੇਬੰਦੀਆਂ ਆ ਰਹੀਆਂ ਨੇ। 11 ਅੱਜ ਹੋ ਗਈਆਂ, 9 ਤੋਂ 11 ਹੋ ਗਈਆਂ, ਅਗਲੇ ਦਿਨ 15 ਵੀ ਹੋ ਜਾਣਗੀਆਂ। ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ, ਸਾਰੇ ਕਿਸਾਨਾਂ ਦਾ ਸਾਨੂੰ ਸਹਿਯੋਗ ਮਿਲ। ਅਸੀਂ ਜਿਹੜੇ ਇਹ ਲਾਤਾਸ਼ਾਹੀ ਫਰਮਾਨ ਨੇ, ਜਿਹੜਾ ਇਹ ਖਰੀਦ ਬੰਦ ਕਰਨ ਦੀ ਆ, ਇਹ MSP ਦੀਆਂ ਗੱਲਾਂ ਕਰੀ ਜਾਂਦੇ ਆ। MSP ਤਾਂ ਹੈਗੀ ਆ 23 ਫਸਲਾਂ ਤੇ ਅੱਗੇ ਹੈਗੀ ਆ, ਪਰ 2 ਫਸਲਾਂ ਤੇ ਸਿਰਫ ਖਰੀਦੀ ਜਾਂਦੀ ਆ। 21 ਫਸਲਾਂ ਦਾ ਅੱਗੇ ਸਾਡੀ ਮੱਕੀ ਲੁੱਟ ਲਈ ਗਈ ਆ। 1850 ਰੁਪਈਆ MSP ਆ ਮੱਕੀ ਦੇ, ਪਰ ਸਾਨੂੰ ਮਿਲਿਆ 800, 200, 600। ਇਸ ਤਰ੍ਹਾਂ ਸਾਰੀਆਂ ਫਸਲਾਂ ਲੁੱਟ ਲਈਆਂ ਜਾਂਦੀਆਂ ਨੇ। ਜੇ ਇਹਨਾਂ ਤੇ ਵੀ ਇਹਨਾਂ ਨੇ ਖਰੀਦ ਤੋਂ ਹੱਥ ਚੱਕ ਲਿਆ ਤਾਂ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਝੋਨਾ 1800 ਨੂੰ ਵਿਕਦਾ, ਕਣਕ 1900 ਨੂੰ ਵਿਕੀ ਆ, ਉਹ 1000-1200 ਨੂੰ ਵਿਕੂਗੀ। ਅਸੀਂ ਕਿਹਾ ਤੁਸੀਂ ਬਿਹਾਰ 'ਚ ਕਰ ਲਓ, ਬਿਹਾਰ 'ਚ ਦੇਖ ਲਓ ਕੀ ਹਾਲ ਆ। ਉੱਥੇ ਦਾ ਝੋਨਾ ਆ ਕੇ ਇੱਥੇ ਸਾਡੇ ਪੰਜਾਬ ਦੇ ਵਿੱਚ 1000-1200 ਰੁਪਏ ਕੁਇੰਟਲ ਵਿਕਦਾ, ਸਾਡਾ ਵੱਧ ਕਿਵੇਂ ਵਿਕ ਜੂ? ਕਿਉਂਕਿ ਇਹਨਾਂ ਕੋਲ ਅੱਜ ਸਰਪਲਸ ਆ, ਅਨਾਜ ਸਾਰਾ ਸਰਪਲਸ ਆ। ਉਹਦੇ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਲੱਗੇ ਆ। ਅਸੀਂ ਕਿਸਾਨ ਜਥੇਬੰਦੀਆਂ ਇਕੱਠੇ ਹੋ ਗਏ ਆ ਤੇ ਕਿਸਾਨਾਂ ਨੂੰ ਵੀ ਕਹਿੰਦੇ ਆਓ ਸਾਡੇ ਦੇ ਨਾਲ, ਅਸੀਂ ਝੁਕਾ ਕੇ ਛੱਡਾਂਗੇ ਇਹਨਾਂ ਪਾਰਟੀਆਂ ਨੂੰ, ਇਹਨਾਂ ਤੋਂ ਅਸੀਂ ਇਹ ਵਾਪਸ ਕਰਾਂਗੇ। ਸਾਰੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸਰਦਾਰ ਹਰਵਿੰਦਰ ਸਿੰਘ ਖਹਿਰਾ ਜਿਨ੍ਹਾਂ ਨੇ ਦੱਸਿਆ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਭਾਰੀ ਰੋਡ ਸ਼ੋਅ ਕਰਨਗੇ, ਜਿਸ ਦੇ ਸੰਬੰਧ ਵਿੱਚ ਸਰਕਾਰ ਨੂੰ ਹਿਲਾ ਦਿੱਤਾ ਜਾਊਗਾ। 11 ਕਿਸਾਨ ਜਥੇਬੰਦੀਆਂ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਇੱਥੇ ਹੋਈ ਹੈ। ਉਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕੀਤੇ ਹੈ ਖੇਤੀ ਦੀ ਮਾਰਕੀਟਿੰਗ ਜਿਹੜੀ ਆ ਉਹ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਵਾਸਤੇ ਅਤੇ ਸਮੁੱਚੀ ਖੇਤੀ ਕਾਰਪੋਰੇਟ ਐਗਰੀਕਲਚਰ ਵੱਲ ਵਧਣ ਵਾਸਤੇ ਜਿਹੜੇ ਆਰਡੀਨੈਂਸ ਜਾਰੀ ਕੀਤੇ ਹੈ, ਉਹਦੇ ਵਿਰੋਧ ਵਿੱਚ ਸਾਰੇ ਪੰਜਾਬ ਦੀਆਂ ਸੜਕਾਂ ਜਿਸ ਦਿਨ ਆਰਡੀਨੈਂਸ ਪੇਸ਼ ਹੋਣਗੇ, ਪਾਰਲੀਮੈਂਟ ਵਿੱਚ ਬਿੱਲ ਪੇਸ਼ ਹੋਏਗਾ, ਉਹ ਤੋਂ ਇੱਕ ਦਿਨ ਪਹਿਲਾਂ ਸਾਰੇ ਪੰਜਾਬ ਦੀਆਂ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਰੋਸ ਵਜੋਂ ਪੰਜਾਬ ਦੇ ਕਿਸਾਨ ਸੜਕਾਂ ਤੇ ਆ ਜਾਣਗੇ ਔਰ ਜਿਸ ਦਿਨ ਬਿੱਲ ਪੇਸ਼ ਹੋਏਗਾ ਉਸ ਦਿਨ ਪੰਜਾਬ ਦੀ ਸਾਰੀਆਂ ਜਥੇਬੰਦੀਆਂ ਦੀ ਲੀਡਰਸ਼ਿਪ ਉਹ ਦਿੱਲੀ ਜਾ ਕੇ ਪਾਰਲੀਮੈਂਟ ਦੇ ਅੱਗੇ ਪ੍ਰੋਟੈਸਟ ਕਰੇਗੀ ਤੇ ਜਿਹੜਾ ਸਾਰਾ ਟ੍ਰੈਫਿਕ ਜਾਮ ਦਾ ਪ੍ਰੋਗਰਾਮ 12 ਤੋਂ 2 ਵਜੇ ਤੱਕ ਸਾਰੇ ਪੰਜਾਬ ਦਾ ਹੋਏਗਾ। ਉਹਦੇ ਲਈ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਤੇ ਹੁਣੇ ਤੋਂ ਤਿਆਰੀਆਂ ਸ਼ੁਰੂ ਹੋਣਗੀਆਂ। ਇੱਕ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਬਿੱਲ ਪੇਸ਼ ਹੋਏਗਾ ਸਾਰੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿੱਲ ਦੇ ਵਿਰੁੱਧ ਵੋਟ ਪਾਉਣ ਤੇ ਨਾ ਕੋਈ ਗੈਰ ਹਾਜ਼ਰ ਹੋਵੇ ਉਸ ਦਿਨ, ਤੇ ਜੇ ਕੋਈ ਗੈਰ ਹਾਜ਼ਰ ਰਿਹਾ ਸ਼ਰਾਰਤ ਨਾਲ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਸਤੇ ਜਾਂ ਜੇ ਕਿਸੇ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ
ਉਸ ਪਾਰਲੀਮੈਂਟ ਦੇ ਮੈਂਬਰ ਨੂੰ ਪੰਜਾਬ 'ਚ ਨਹੀਂ ਵੜਨ ਦਿੱਤਾ ਜਾਏਗਾ, ਉਹਦਾ ਵਿਰੋਧ ਕੀਤਾ ਜਾਏਗਾ, ਉਹਨੂੰ ਪੰਜਾਬ 'ਚ ਕਿਸੇ ਪ੍ਰੋਗਰਾਮ ਵਿੱਚ ਵੀ ਅੱਗੇ ਲੋਕਾਂ ਦੇ ਨਾਲ ਰਾਬਤਾ ਨਹੀਂ ਕਰਨ ਦਿੱਤਾ ਜਾਏਗਾ। ਇਹ ਕਿਹੜੀ ਤਰੀਕ ਨੂੰ ਹੈਗਾ ਜੀ ਤੁਹਾਡਾ ਪ੍ਰੋਗਰਾਮ? ਤਰੀਕ ਪਾਰਲੀਮੈਂਟ ਦੇ ਵਿੱਚ ਜਿੱਦਣ ਬਿੱਲ ਪੇਸ਼ ਹੋਣਾ ਹੈ ਉਹ ਸਾਨੂੰ ਪਤਾ ਲੱਗ ਲੈਣ ਦਿਓ। ਅਸੀਂ ਫੈਸਲਾ ਇਹ ਕਰ ਲਿਆ ਕਿ ਜਿੱਦਣ ਉਹ ਬਿੱਲ ਪੇਸ਼ ਹੋਣਾ ਹੈ ਉਦੋਂ ਇੱਕ ਦਿਨ ਪਹਿਲਾਂ ਤੁਰੰਤ ਸਾਰਾ ਪੰਜਾਬ ਜਾਮ ਕਰ ਦਿੱਤਾ ਜਾਏ। ਪਰ ਨਾਲ ਅਸੀਂ ਜਿਹੜੀ ਆਮ ਜਿਹੜੇ ਸਮਾਜ ਦੇ ਲੋਕ ਨੇ ਪੰਜਾਬ ਦੇ, ਉਹਨਾਂ ਨੂੰ ਸਾਡੀ ਅਪੀਲ ਹੈ ਕਿ ਇਹ ਆਰਡੀਨੈਂਸ ਸਿਰਫ ਕਿਸਾਨਾਂ ਲਈ ਨਹੀਂ ਮਾਰੂ, ਇਹ ਸਮੁੱਚੇ ਪੰਜਾਬ ਦੀ ਇਕਨੋਮੀ, ਸਾਰੇ ਦੇਸ਼ ਦੀ ਇਕਨੋਮੀ ਨੂੰ ਬਰਬਾਦ ਕਰਨਗੇ। ਇਸ ਕਰਕੇ ਸਾਰੇ ਵਰਗ ਸਮਾਜ ਦੇ ਉਹਨਾਂ ਨੂੰ ਇਹਨਾਂ ਦੇ ਵਿਰੁੱਧ ਨਿਕਲਣਾ ਚਾਹੀਦਾ ਹੈ। ਸਾਡੀ ਉਹਨਾਂ ਨੂੰ ਅਪੀਲ ਹੈ। ਇਹਦੇ ਨਾਲ ਸਾਰਾ ਬਾਜ਼ਾਰ ਡੁੱਬੇਗਾ, ਇਹਦੇ ਨਾਲ ਸਾਰੇ ਲੋਕਾਂ ਦੇ ਅਨਐਮਪਲੋਇਮੈਂਟ ਹੋਏਗੀ ਵੱਡੀ ਪੱਧਰ ਤੇ ਸਾਰੇ ਲੋਕਾਂ ਨੂੰ ਇਹਦੇ ਖਿਲਾਫ ਪੂਰੇ ਜ਼ੋਰ ਸ਼ੋਰ ਨਾਲ ਬਾਹਰ ਨਿਕਲਣਾ ਚਾਹੀਦਾ। ਸਰ, ਤੁਸੀਂ ਕੱਲ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਬਿਆਨ ਸੁਣਿਆ ਨਾ, ਉਹ ਕਹਿੰਦੇ ਵੀ ਕੋਈ ਇਹਦੇ ਨਾਲ ਖੇਤੀ ਦੇ ਉੱਪਰ ਕੋਈ ਨੁਕਸਾਨ ਨਹੀਂ ਹੁੰਦਾ ਇਸ ਆਰਡੀਨੈਂਸ। ਬਾਦਲ ਪਰਿਵਾਰ ਤਾਂ ਸ਼ਾਇਦ ਉਹਨਾਂ ਨੂੰ ਕੁਝ ਕੁਰਸੀ ਤੋਂ ਵੱਧ ਹੋਰ ਪਿਆਰ ਹੈਗਾ, ਉਹਨਾਂ ਬਾਰੇ ਹੋਰ ਇਹ ਤੋਂ ਵੱਧ ਕੀ ਕਮੈਂਟ ਕਰੀਏ। ਉਹਨਾਂ ਨੂੰ ਆਪਣੀ ਕੁਰਸੀ ਦੀ ਫਿਕਰ ਜ਼ਿਆਦਾ ਹੈ। ਅਫਸੋਸ ਹੁੰਦਾ ਸਾਨੂੰ ਉਹ ਪਾਰਟੀ ਜਿਹੜੀ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਅਖਵਾਉਂਦੀ ਹੈ, ਅੱਜ ਉਹ ਹਰ ਵਿੰਗੇ ਟੇਢੇ ਢੰਗ ਨਾਲ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਬੜਾ ਸਪਸ਼ਟ ਤੇ ਸਿੱਧਾ ਹੈ ਕਿ ਇੱਥੇ ਦੋ ਮੰਡੀਆਂ ਹੋਣੀਆਂ, ਇੱਕ APMC ਮਾਰਕੀਟ, ਇੱਕ ਇਸ ਆਰਡੀਨੈਂਸ ਨਾਲ ਬਣੀ ਮਾਰਕੀਟ। ਆਰਡੀਨੈਂਸ ਨਾਲ ਬਣੀ ਮਾਰਕੀਟ ਦੇ ਵਾਸਤੇ ਕੋਈ ਟੈਕਸ ਨਹੀਂ, ਕੋਈ ਲਾਇਸੈਂਸ ਨਹੀਂ, ਕੋਈ ਉਹਦੀ ਜਵਾਬਦੇਹੀ ਨਹੀਂ। ਜੇ ਕਿਤੇ ਪੈਸੇ ਮਾਰ ਕੇ ਭੱਜ ਗਿਆ ਤਾਂ ਕੋਰਟ ਵਿੱਚ ਵੀ ਨਹੀਂ ਜਾ ਸਕਦੇ ਕਿਸਾਨ। ਇਦਾਂ ਦਾ ਕਾਨੂੰਨ ਬਣਾ ਕੇ ਲਿਆਂਦਾ ਜਿਹੜਾ ਟੋਟਲ ਕਾਰਪੋਰੇਟ ਹਾਊਸਿਸ ਦੇ ਹੱਕ 'ਚ ਹੈ। ਦੂਜੇ ਪਾਸੇ ਜਿਹੜੀ ਸਾਡੀ APMC ਮਾਰਕੀਟ ਹੈ ਉਹਦੇ ਵਿੱਚ 8.5% ਟੈਕਸਿਸ ਨੇ। ਉਹਨੂੰ ਜਿਹੜਾ ਟੈਕਸ ਰੇਟ ਦੇ ਦਿੱਤਾ ਉਹਦੇ ਨਾਲ ਤਕਰੀਬਨ ਅੱਜ ਦੇ ਭਾਅ ਨਾਲ ਜੇ ਕਣਕ ਦਾ ਦੇਖੀਏ 164 ਰੁਪਏ ਕੁਇੰਟਲ ਦਾ ਉਹਨੂੰ ਰਿਬੇਟ ਦੇ ਦਿੱਤਾ। ਉਹ 64 ਰੁਪਏ ਦੇ ਕੇ ਸਾਡੇ ਕੋਲੋਂ ਸਾਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰੇਗਾ, ਮਾਲ ਬਾਹਰ ਖਰੀਦਣ ਦੀ। ਹੌਲੀ ਹੌਲੀ 1 ਸਾਲ 6 ਮਹੀਨੇ 2 ਮਹੀਨੇ 2 ਸਾਲ ਬੜੀ ਹੱਦ 3 ਸਾਲ ਜਿਹੜੀ ਅੰਦਰਲੀ ਮੰਡੀ ਹੈ ਜਦ ਉੱਥੇ ਮਾਲ ਨਹੀਂ ਜਾਏਗਾ ਉਹ ਬੰਦ ਹੋ ਜਾਏਗੀ, ਉਹਦੀ ਮਨੋਪਲੀ ਹੋ ਜਾਏਗੀ। ਉਸ ਵੇਲੇ ਇਹ ਸਾਰੀ ਦੁਨੀਆ 'ਚ ਹੁੰਦਾ ਹੈ ਕਾਰਪੋਰੇਟ ਹਾਊਸਿਸ ਜੋ ਕਰਦੇ ਨੇ ਆਪਣੇ ਕੰਪੀਟੀਟਰ ਨੂੰ ਮਾਰਨ ਤੋਂ ਬਾਅਦ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ। ਫਿਰ ਉਸ ਵੇਲੇ ਉਹ ਐਕਸਪਲੋਇਟ ਕਰਨਗੇ। ਪੰਜਾਬ ਦੀ 130 ਲੱਖ ਟਨ ਕਣਕ ਤੇ 180 ਲੱਖ ਟਨ ਝੋਨੇ ਦਾ ਕੋਈ ਇੱਕ ਗਾਹਕ ਨਹੀਂ ਹੋਣਾ। ਅੱਜ ਦੀ ਤਰੀਕ 'ਚ ਜਿਨ੍ਹਾਂ ਸਟੇਟਾਂ ਨੇ ਮੰਡੀ ਡਿਵੈਲਪ ਨਹੀਂ ਕੀਤੀ, ਸਾਡਾ ਜਿਹੜਾ ਮੰਡੀ ਦਾ ਸਿਸਟਮ ਹੈ ਪੰਜਾਬ ਤੇ ਹਰਿਆਣੇ ਦਾ, ਦਿਸ ਇਜ਼ ਵਨ ਆਫ ਦਾ ਬੈਸਟ ਇਨ ਦਾ ਵਰਲਡ। ਦੁਨੀਆ 'ਚ ਸਭ ਤੋਂ ਬਿਹਤਰੀਨ ਮੰਡੀਕਰਨ ਸਿਸਟਮ ਹੈ ਸਾਡਾ। ਤੇ ਇਹਨੂੰ ਜਿੱਦਣ ਇਹ ਸਿਸਟਮ ਟੁੱਟ ਗਿਆ ਤਾਂ ਉਹਨਾਂ ਨੇ ਆਪਣੇ ਗਜੀ ਨਾਪਣੇ, ਫੇਰ ਹੋਏਗਾ ਇਹ। ਅੱਜ ਜਿੱਥੇ ਮੰਡੀ ਨਹੀਂ ਉੱਥੇ 400 ਰੁਪਇਆ ਘੱਟ ਰੇਟ ਤੇ ਕਣਕ ਵਿਕੀ ਹੈ। ਮੈਨੂੰ ਯਾਦ ਹੈ ਜਿਹੜੀ ਇਹ ਕਹਿੰਦੇ ਨੇ ਜੀ MSP ਤੇ ਹੋਊ, MSP 23 ਫਸਲਾਂ ਦੀ ਹੈ। ਮਹਾਰਾਸ਼ਟਰ ਵਿੱਚ ਕਿਹਾ ਗਿਆ ਕਿਸਾਨਾਂ ਨੂੰ CCI ਖਰੀਦਣੀ ਹੈ ਕਾਟਨ। ਉਹਨਾਂ ਨੂੰ ਕਿਹਾ ਵੀ ਜਿਹੜਾ ਰਜਿਸਟਰ ਕਰਾਓ ਉਹਦੀ ਕਾਟਨ ਖਰੀਦਾਂਗੇ। ਦੁਨੀਆ ਦੀ ਬੈਸਟ ਲੌਂਗ ਸਟੈਪ ਕਾਟਨ ਉੱਥੇ ਪੈਦਾ ਹੁੰਦੀ ਹੈ। 7 ਲੱਖ ਕਿਸਾਨਾਂ ਨੇ ਰਜਿਸਟਰ ਕਰਾਇਆ, ਕਿਸੇ ਦੀ ਬੁੱਗੀ ਨਹੀਂ ਖਰੀਦੀ ਔਰ ਮਾਰਕੀਟ 'ਚ ਰੇਟ ਉਹਦਾ 1500 ਰੁਪਇਆ ਘੱਟ ਹੈ। ਸਾਡੇ ਇੱਥੇ ਮੱਕੀ ਦੀ 1850 MSP ਹੈ ਕਿਉਂਕਿ ਸਰਕਾਰ ਨਹੀਂ ਖਰੀਦਦੀ। ਇਸ ਕਰਕੇ ਉਹ 1100-1200 ਰੁਪਏ ਤੋਂ ਵੱਧ ਨਹੀਂ ਵਿਕਦੀ। ਕਈ ਵਾਰੀ ਜੇ ਗਿੱਲੀ ਹੋਵੇ 700-800 ਤੇ ਰਹਿ ਜਾਂਦੀ ਹੈ, ਕੋਈ ਖਰੀਦਦਾ ਨਹੀਂ। ਇਹੀ ਹਾਲ ਦਾਲਾਂ ਦਾ, ਇਹੀ ਆਇਲ ਸੀਡ ਦਾ ਹੈ। ਔਰ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਦੇਣ ਲਈ ਕੁਝ ਤਿਆਰ ਨਹੀਂ। 90,000 ਕਰੋੜ ਦੀਆਂ ਹਰ ਸਾਲ ਦਾਲਾਂ ਤੇ ਆਇਲ, ਐਡੀਬਲ ਆਇਲ ਇੰਪੋਰਟ ਕਰਦੀ ਹੈ। ਜੇ ਇੱਥੇ ਦੇ ਲੋਕਾਂ ਨੂੰ ਉਹੀ ਪੈਸੇ ਦੇ ਦਿੱਤੇ ਜਾਣ, ਕਿਸਾਨਾਂ ਨੂੰ ਉਹਨਾਂ ਦੀ MSP ਤੇ ਦਾਲ ਖਰੀਦ ਲਈ ਜਾਏ, ਡਾਈਵਰਸਿਫਿਕੇਸ਼ਨ ਸਭ ਤੋਂ ਵਧੀਆ ਹੁੰਦੀ ਹੈ। ਜਿਹੜੇ ਤਰੀਕੇ ਡਾਈਵਰਸਿਫਿਕੇਸ਼ਨ ਵਾਸਤੇ ਬਣਾਉਂਦੇ ਨੇ, ਅਸਲ ਵਿੱਚ ਉਹ ਚਾਹੁੰਦੇ ਨਹੀਂ ਵੀ ਡਾਈਵਰਸਿਫਾਈ ਕਿਸਾਨ ਕਰਨ। ਉਹ ਕਹਿੰਦੇ ਨੇ ਵੀ ਇਹਨਾਂ ਦੇ ਸਿਰ ਤੇ ਤਲਵਾਰ ਵੀ ਰੱਖੋ ਤੇ ਆਪਣੇ ਆਪ ਨੂੰ ਬਰੀ ਵੀ ਕਰੀ ਜਾਓ। ਆਪਣੇ ਆਪ ਨੂੰ ਬਰੀ ਕਰਦੇ ਨੇ ਵੀ ਦੋਜੀ ਅਸੀਂ ਤਾਂ ਬੜਾ ਜ਼ੋਰ ਲਾਉਣਾ ਡਾਈਵਰਸਿਫਿਕੇਸ਼ਨ ਵਾਸਤੇ। ਜਦੋਂ ਜਿਹੜੀ ਫਸਲ ਡਾਈਵਰਸਿਫਾਈ ਕਰਨ ਨੂੰ ਸਾਨੂੰ ਕਹਿੰਦੇ ਨੇ ਉਹ ਖਰੀਦਣੀ ਨਹੀਂ, ਉਹਦੀ ਮੰਡੀ 'ਚ ਕੋਈ ਕੀਮਤ ਨਹੀਂ, ਤਾਂ ਕਿਸਾਨ ਕਿਉਂ ਡਾਈਵਰਸਿਫਾਈ ਕਰਦੇ? ਅੱਜ ਦੀ ਸਾਡੀ ਜਿਹੜਾ ਸਾਰੇ ਪੰਜਾਬ ਵਿੱਚ ਇੱਕ ਹਾਹਾਕਾਰ ਮੱਚੀ ਹੈ, ਸਾਰੇ ਪੰਜਾਬ 'ਚ ਨਹੀਂ ਸਾਰੇ ਦੇਸ਼ 'ਚ ਹਾਹਾਕਾਰ ਮੱਚੀ ਹੈ, ਉਹ ਹੈ ਆਰਡੀਨੈਂਸਾਂ ਦੇ ਖਿਲਾਫ। ਆਰਡੀਨੈਂਸਾਂ ਦਾ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ। 10 ਤਰੀਕ ਨੂੰ ਹਰਿਆਣੇ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਉੱਥੇ ਵੀ ਕੋਈ ਪ੍ਰੋਗਰਾਮ ਦੇ ਰਹੀਆਂ। ਰਾਜਸਥਾਨ ਵਿੱਚ ਵੀ ਸਾਰੀਆਂ
ਕਿਸਾਨ ਜਥੇਬੰਦੀਆਂ 23 ਤਾਰੀਖ ਨੂੰ ਇਕੱਠੀਆਂ ਹੋ ਕੇ ਉਹ ਵੀ ਪ੍ਰੋਗਰਾਮ ਦੇ ਰਹੀਆਂ, ਯੂਪੀ 'ਚ ਵੀ ਦੇ ਰਹੀਆਂ, ਸਾਰੇ ਦੇਸ਼ ਵਿੱਚ ਹਲਚਲ ਹੈ। ਤੇ ਪੰਜਾਬ ਵਿੱਚ ਅਸੀਂ ਤੈਅ ਕੀਤਾ ਹੈ ਕਿ ਜਿਸ ਦਿਨ ਬਿੱਲ ਪੇਸ਼ ਹੋਏਗਾ ਉਹ ਤੋਂ ਇੱਕ ਦਿਨ ਪਹਿਲਾਂ ਸਾਰਾ ਪੰਜਾਬ ਇੱਕਦਮ ਜਾਮ ਕੀਤਾ ਹੋਏਗਾ, ਤੇ ਉਹਦੇ ਬਾਅਦ ਜਿਸ ਦਿਨ ਬਿੱਲ ਪੇਸ਼ ਹੋਏਗਾ ਉਸ ਦਿਨ ਸਾਰੀ ਲੀਡਰਸ਼ਿਪ, ਸਾਰੀਆਂ ਜਥੇਬੰਦੀਆਂ ਦੀ ਉਹ ਦਿੱਲੀ ਜਾ ਕੇ ਪ੍ਰੋਟੈਸਟ ਕਰੇਗੀ। ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਇਹ ਫਸਲ ਦਾ ਬਹੁਤ ਜ਼ਿਆਦਾ ਰੇਟ ਠੀਕ ਹੋਊਗਾ ਇਹਦੇ ਨਾਲ, ਹਨਾ? ਤੇ ਜਾਂ ਤਾਂ ਉਹ ਖਰੀਦਣਗੇ ਨਹੀਂ, ਜਾਂ ਪ੍ਰਾਈਵੇਟ ਜਿਵੇਂ ਤੁਸੀਂ ਕਹਿ ਰਹੇ ਹੋ ਖਰੀਦਣਗੇ ਨਹੀਂ, ਜੇ ਖਰੀਦਣਗੇ ਤੇ ਆਪਣੀ ਮਰਜ਼ੀ ਨਾਲ ਖਰੀਦਣਗੇ। ਪਰ ਬਹੁਤ ਗਿਣਤੀ ਜਿਹੜਾ ਅਨਾਜ ਹੈ ਉਹ ਪੰਜਾਬ ਦਾ ਪੂਰੇ ਦੇਸ਼ ਵਿੱਚ ਜਾਂਦਾ ਹੈ, ਤੇ ਤਾਂ ਰੋਟੀ ਪਾਣੀ ਉਹਨਾਂ ਦਾ ਚੱਲਦਾ ਤੇ ਫਿਰ ਉਹ ਚਲਾਉਣਗੇ ਕਿੱਦਾਂ? ਇੱਕ ਤਾਂ ਸਾਨੂੰ ਸਮਝਣੀ ਚਾਹੀਦੀ ਹੈ, ਜਦੋਂ ਅਸੀਂ ਡੈਫਿਸਿਟ ਸੀ, ਜਦੋਂ ਅਸੀਂ ਇੰਪੋਰਟ ਕਰਦੇ ਸੀ PL 480 ਦੇ ਹੇਠਾਂ, ਉਸ ਵੇਲੇ ਪੰਜਾਬ ਦੀ ਬੜੀ ਕੀਮਤ ਸੀ, ਪੰਜਾਬ ਦੇ ਲੋਕਾਂ ਦੀ ਲੋੜ ਸੀ। ਜਦੋਂ ਤੋਂ ਅਸੀਂ ਫੂਡ ਸਰਪਲਸ ਹੋ ਗਏ ਹਾਂ, ਉਹਦੇ ਬਾਅਦ ਪੰਜਾਬ ਦੀ ਫਸਲ ਖਰੀਦਣ ਵੇਲੇ ਨਹੀਂ ਮੰਡੀ ਦੇ ਲੈਵਲ ਤੇ ਨਹੀਂ ਵਿਰੋਧ ਹੁੰਦਾ, ਪਰ ਜਿਹੜੀ ਸਾਡੀਆਂ ਟੀਮਾਂ ਜਾਂਦੀਆਂ ਨੇ ਸੈਂਟਰ ਦੀਆਂ ਟੀਮਾਂ ਨਾਲ ਗੱਲਬਾਤ ਕਰਨ, ਉਹਨਾਂ ਨੂੰ ਉਦੋਂ ਹੀ ਡਿਮੋਰਲਾਈਜ਼ ਕੀਤਾ ਜਾਂਦਾ ਰਿਹਾ। ਇਸ ਵੇਲੇ ਇੱਕ ਵੱਖਰੀ ਕਿਸਮ ਦਾ ਦਬਾਅ ਵੀ ਹੈ WTO ਦਾ। 3 ਸਾਲ ਲਈ ਇਹਨਾਂ ਨੇ ਲਈ ਸੀ ਜਿਹੜੀ ਖਰੀਦ MSP ਦੇ, ਇਹਨੂੰ ਸਬਸਿਡੀ ਕਹਿੰਦੇ WTO ਵਾਲੇ। ਇਹਨਾਂ ਨੇ 3 ਸਾਲ ਦਾ ਸਮਾਂ ਲਿਆ ਸੀ ਵੀ ਸਾਡੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਤਿਆਰ ਹੋਣ ਵਾਸਤੇ ਸਾਨੂੰ ਸਮਾਂ ਦਿਓ। ਉਹ ਸਮਾਂ ਵੀ ਪੂਰਾ ਹੋ ਗਿਆ। ਹੁਣ ਇਹਨਾਂ ਤੇ WTO ਦਾ ਵੀ ਪ੍ਰੈਸ਼ਰ ਹੈ, ਉਹ ਚਾਹੁੰਦੇ ਨੇ ਵੀ ਛੇਤੀ ਤੋਂ ਛੇਤੀ ਇਹ ਜਿਹੜੀ ਮੰਡੀ ਹੈ ਇਹ ਕਾਰਪੋਰੇਟ ਹਾਊਸਿਸ ਦੇ ਹਵਾਲੇ ਕੀਤੀ ਹੈ। CACP ਦੀਆਂ ਪਿਛਲੀਆਂ 2 ਸਾਲ ਦੀਆਂ ਰਿਪੋਰਟਾਂ ਪੜ੍ਹ ਲਓ, ਉਹਦੇ ਵਿੱਚ ਉਹ ਬਾਰ-ਬਾਰ ਇਹ ਕਹਿ ਰਿਹਾ ਸੀ ਕਿ ਜਿਹੜਾ ਉਹਦਾ ਅਧਿਕਾਰ ਖੇਤਰ ਨਹੀਂ, ਉਹਦੇ ਬਾਹਰ ਜਾ ਕੇ ਉਹਦਾ ਅਧਿਕਾਰ ਖੇਤਰ ਹੈ ਕਾਸਟ ਕੈਲਕੂਲੇਸ਼ਨਸ ਕਰਨਾ ਔਰ ਉਹਨੂੰ ਸਰਕਾਰ ਨੂੰ ਰਿਪੋਰਟ ਕਰਨਾ। ਅੱਗੇ ਪਾਲਿਸੀ ਸਰਕਾਰਾਂ ਦੀ ਹੁੰਦੀ ਹੈ। ਉਹ 2 ਸਾਲ ਤੋਂ ਕਹਿ ਰਿਹਾ ਕਿ ਸਰਕਾਰ ਨੂੰ ਇਹ ਖਰੀਦ ਦੇ ਝੰਜਟ ਤੋਂ ਨਿਕਲਣਾ ਚਾਹੀਦਾ ਹੈ। ਇੱਥੇ ਸਾਨੂੰ ਪੰਜਾਬ ਔਰ ਹਰਿਆਣੇ 'ਚ ਜਿੱਥੇ ਵਧੀਆ ਮਾਰਕੀਟਿੰਗ ਸਿਸਟਮ ਹੈ, ਇੱਥੇ ਸਾਨੂੰ ਟੈਕਸਿਸ ਬਹੁਤ ਦੇਣੇ ਪੈਂਦੇ ਨੇ। ਸਾਨੂੰ 1 ਜਾਂ 2% ਦੇ ਕਾਰਪੋਰੇਟ ਹਾਊਸਿਸ ਨੂੰ, ਪ੍ਰਾਈਵੇਟ ਪਲੇਅਰਸ ਨੂੰ ਐਨਕਰੇਜ ਕਰਨਾ ਚਾਹੀਦਾ। ਇਹ ਤੋਂ ਵੀ ਪਹਿਲਾਂ ਜਦੋਂ ਦੀ ਮੋਦੀ ਸਰਕਾਰ ਆਈ ਆ, ਉਦੋਂ ਤੋਂ ਹੀ ਇਹ ਤਿਆਰੀ ਹੋ ਗਈ ਸੀ ਮੰਡੀ ਤੋੜਨ ਦੀ। ਜਦੋਂ ਸ਼ਾਂਤਾਕਾਰ ਕੁਮਾਰ ਕਮੇਟੀ ਬਣਾਈ, ਉਹਨੇ ਆਪਣੀ ਰਿਪੋਰਟ 'ਚ ਕਿਹਾ ਕਿ FCI ਭ੍ਰਿਸ਼ਟ ਹਾਥੀ ਹੈ, ਇਹਨੂੰ ਡਿਸਬੈਂਡ ਕਰ ਦਿੱਤਾ ਜਾਏ। FCI ਨੂੰ ਡਿਸਬੈਂਡ ਕਰਨ ਦੇ ਮਾਨੇ ਹੈ ਕਿ ਖਰੀਦ ਨਹੀਂ ਕਰਨੀ, ਸਟੋਰੇਜ ਨਹੀਂ ਕਰਨੀ, ਡਿਸਟ੍ਰੀਬਿਊਸ਼ਨ ਨਹੀਂ ਕਰਨੀ। FCI ਅਨਾਜ ਖਰੀਦੀ ਹੈ। ਅਸੀਂ ਸਟੇਟ ਏਜੰਸੀਆਂ ਖੜੀਆਂ ਕੀਤੀਆਂ ਟੂ ਸਪੋਰਟ FCI, ਪੰਜਾਬ ਤੇ ਹਰਿਆਣੇ ਨੇ, ਤੇ ਉਹ ਖਰੀਦ ਕੇ ਹੌਲੀ-ਹੌਲੀ ਟ੍ਰਾਂਸਫਰ ਕਰਦੀਆਂ ਆਪਣਾ ਸਟਾਕ FCI ਨੂੰ, ਤੇ ਸਾਡੀ CCA ਲਿਮਿਟ ਕਲੀਅਰ ਹੋ ਜਾਂਦੀ ਹੈ। ਤਾਂ ਇੱਥੇ ਸਮੂਥਲੀ MSP ਦੇ ਉੱਤੇ ਖਰੀਦ ਹੋ ਜਾਂਦੀ ਹੈ। ਬਾਕੀ ਸਟੇਟਾਂ ਨੇ ਖੜੀਆਂ ਨਹੀਂ ਕੀਤੀਆਂ, ਉੱਥੇ ਸਮੂਥ ਖਰੀਦ ਨਹੀਂ ਹੁੰਦੀ। ਔਰ ਜਿੱਥੇ ਸਰਕਾਰ ਨਹੀਂ ਖਰੀਦ ਕਰਦੀ, ਉੱਥੇ ਮਾਰਕੀਟ 'ਚ ਰੇਟ ਜਿਹੜੇ ਨੇ ਉਹ ਘੱਟ ਹੁੰਦੇ ਨੇ। ਔਰ ਇਹ ਬੜਾ ਸਪਸ਼ਟ ਹੈ, ਜਿੱਦਣ ਸਰਕਾਰ ਖਰੀਦ 'ਚੋਂ ਨਿਕਲ ਗਈ, ਕਣਕ ਤੇ ਝੋਨਾ 2 ਫਸਲਾਂ ਪੰਜਾਬ ਦੀਆਂ ਅੱਜ ਦੇ ਰੇਟ ਦੇ ਹਿਸਾਬ ਨਾਲ 50,000 ਕਰੋੜ ਦੀ ਵੈਲਿਊ ਹੈ, ਤੇ ਉਹਦੇ ਰੇਟ ਕਰੈਸ਼ ਕਰਕੇ ਅੱਧੇ ਰਹਿਣਗੇ। ਅੱਧੇ ਰਹਿਣ ਨਾਲ ਕਿਸਾਨ ਤਾਂ ਮਰੇਗਾ ਹੀ, ਪਰ ਬਾਜ਼ਾਰ ਵੀ ਤੁਹਾਡਾ ਡੁੱਬ ਜਾਏਗਾ, ਬਾਜ਼ਾਰ ਵੀ ਨਹੀਂ ਬਚਣਾ। ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਸਾਡੇ ਸਾਰੇ ਭਾਈਚਾਰੇ ਨੂੰ। ਅੱਜ ਦੇਸ਼ ਨੂੰ ਕੋਵਿਡ ਦੇ ਵਿੱਚ ਜੇ ਬਚਾਇਆ ਇੱਕੋ ਸੈਕਟਰ ਹੈ, ਖੇਤੀ ਸੈਕਟਰ ਵੀ ਨੇ ਬਚਾਇਆ। ਖੇਤੀ ਸੈਕਟਰ ਨੇ, ਨਹੀਂ ਤਾਂ ਇੱਥੇ ਫੂਡ ਰਿਜ਼ੋਰਟਸ ਹੋ ਜਾਣੇ ਸੀ ਜੇ ਅਨਾਜ ਨਾ ਹੁੰਦਾ। ਅੱਜ 80 ਕਰੋੜ ਲੋਕਾਂ ਨੂੰ ਮੋਦੀ ਜੀ ਦਾਅਵਾ ਕਰਦੇ ਨੇ ਕਿ ਅਸੀਂ ਅਨਾਜ ਫ੍ਰੀ, ਜਦੋਂ ਦਾ ਕੋਵਿਡ ਲਾਗੂ ਹੈ ਉਦੋਂ ਦੇ ਅਸੀਂ ਫ੍ਰੀ ਅਨਾਜ ਦੇ ਰਹੇ ਹਾਂ। ਇਹ ਪੰਜਾਬ ਹਰਿਆਣੇ ਦੇ ਕਿਸਾਨਾਂ ਦੀ ਪੈਦਾਵਾਰ ਹੈ, ਉਹਦੇ ਸਾਰੇ। ਔਰ ਅੱਜ ਜਿਹੜਾ ਦੇਸ਼ ਦਾ ਗਰੋਥ ਰੇਟ -24% ਤੇ ਗਿਆ, 23.9 ਤੇ ਗਿਆ, ਸਿਰਫ ਤੇ ਸਿਰਫ ਐਗਰੀਕਲਚਰ ਸੈਕਟਰ ਹੈ ਜਿਹੜਾ ਪੋਜ਼ਿਟਿਵ ਗਰੋਥ ਰੇਟ ਰੱਖਦਾ, ਬਾਕੀ ਸਾਰੇ ਨੈਗੇਟਿਵ ਚਲੇ ਗਏ। ਹਾਂ, ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਵੀ ਜਦੋਂ ਖੇਤੀ ਨੂੰ ਕੁਝ ਦੇਣ ਦੀ ਗੱਲ ਆਉਂਦੀ ਹੈ, ਮੈਂ ਕੱਲ ਇੱਕ ਜਗ੍ਹਾ ਕਹਿ ਰਿਹਾ ਸੀ ਬਈ ਭਾਰਤ ਸਰਕਾਰ ਖੇਤੀ ਸੈਕਟਰ ਉਹ ਹੈ ਜਿਹੜਾ ਘੱਟੋ ਘੱਟ 75% ਲੋਕਾਂ ਨੂੰ ਇੰਪਲਾਇਮੈਂਟ ਦਿੰਦਾ ਹੈ। 20% ਤੋਂ ਵੱਧ ਇੰਪਲਾਇਮੈਂਟ ਸਰਵਿਸ ਸੈਕਟਰ ਤੇ ਕਾਰਪੋਰੇਟ ਔਰ ਜਿਹੜੇ ਇੰਡਸਟਰੀਅਲ ਸੈਕਟਰ ਹੈ, ਇਦੋਂ ਵੱਧ ਇੰਪਲਾਇਮੈਂਟ ਨਹੀਂ ਦਿੰਦੇ, ਬਾਕੀ ਅਨਐਮਪਲਾਇਡ ਨੇ। ਉਹ 20% ਲਈ ਸਰਕਾਰ ਕੋਲ ਪੈਸਾ ਜਿੰਨਾ ਮਰਜ਼ੀ ਕੋ ਹਰ ਸਾਲ ਨਿਕਲਦਾ ਹੀ। ਹੁਣ ਇਸ ਸਾਲ 8,40,000 ਕਰੋੜ ਜਿਹੜਾ ਬੈਂਕਾਂ ਦਾ ਰੁਕਿਆ ਪਿਆ ਉਹ NPA ਜਾਣ ਵਾਲਾ ਹੈ। NPA 'ਚ ਚਲਾ ਗਿਆ, ਉਹ ਮਾਫ ਹੋ ਜਾਏਗਾ। ਤੇ ਕੀ ਗੱਲ ਉਹ 2 ਲੱਖ ਕਰੋੜ ਹਰ ਸਾਲ ਕਿਸਾਨਾਂ ਦੀ ਫਸਲ ਖਰੀਦਣ ਲਈ ਨਹੀਂ ਕੱਢ ਸਕਦੇ, ਜਿਹੜੇ 75% ਲੋਕਾਂ ਨੂੰ ਰੁਜ਼ਗਾਰ ਦਿੰਦੇ ਹੈ। ਜੇ ਉਹਨਾਂ ਵਾਸਤੇ 2 ਲੱਖ ਕਰੋੜ ਕੱਢ ਲਿਆ ਜਾਏ ਤਾਂ ਸਾਨੂੰ ਬਾਹਰੋਂ ਇੰਪੋਰਟ ਕਰਾਉਣ
ਐਡੀਬਲ ਆਇਲ ਔਰ ਦਾਲਾਂ ਇੰਪੋਰਟ ਕਰਾਉਣ ਦੀ ਲੋੜ ਨਹੀਂ ਪੈਣੀ। ਰਾਜਸਥਾਨ 'ਚ ਛੋਲੇ ਇਹਨਾਂ ਨੇ ਕਿਹਾ ਇਸ ਵਾਰੀ ਕਿ ਅਸੀਂ 25% ਖਰੀਦਾਂਗੇ, 22% ਖਰੀਦੇ। ਛੋਲਿਆਂ ਦੇ ਰੇਟ 1500 ਰੁਪਏ MSP ਤੋਂ ਘੱਟ ਨਹੀਂ। तो हर चीज जितने सरकार ने खरीदी किसान को सपोर्ट देनी होंगी है, जो सरकार ने अपना हाथ खिंचा तो उत्थे मार्केट से रेट क्रैश कर गया और नुकसान किसान का है। वो चंडीगढ़ का सेपरेट है, वो स्टैंड करना है और वो तो पहला क्योंकि बिल पेश हो रहा पार्लियामेंट में, जिस दिन पार्लियामेंट बिल पेश हो सारा डेट पता लग गई, वो तो एक दिन पहला तुरंत पंजाब सारा सी बंद कर ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸਰਦਾਰ ਹਰਜਿੰਦਰ ਸਿੰਘ ਜੋ ਕਿ ਜਨਰਲ ਸਕੱਤਰ ਪੰਜਾਬ ਦੇ ਨੇ, ਜਿਨ੍ਹਾਂ ਨੇ ਦੱਸਿਆ ਕਿ ਜੋ ਆਰਡੀਨੈਂਸ ਜਾਰੀ ਕੀਤਾ ਹੈ ਉਹਦੇ 2 ਦਿਨ ਪਹਿਲਾਂ ਹੀ ਅਸੀਂ ਸੜਕਾਂ ਜਾਮ ਕਰ ਦੇਵਾਂਗੇ, ਤਾਂ ਜੋ ਸਾਡੇ ਨਾਲ ਪਹਿਲਾਂ 9 ਸੀ ਤੇ ਹੁਣ 11 ਜਥੇਬੰਦੀਆਂ ਨਾਲ ਮੇਰੇ ਨਾਲ ਸਹਿਯੋਗੀ ਨਿੱਕੂ ਦੇ ਨਾਲ ਗੁਰਿੰਦਰ ਸਿੰਘ ਇਹਨਾਂ ਨਾਲ